ਜੇਹਲਮ ਦੀ ਇੱਕ ਐਸੀ ਪਹਾੜੀ ਜਿੱਥੇ ਸਦੀਆਂ ਤੋਂ ਕੋਈ ਬਾਦਸ਼ਾਹੀ ਮੰਗਣ ਆਉਂਦਾ ਰਿਹਾ ਤੇ ਕੋਈ ਮਹਿਬੂਬ ਮੰਗਣ, ਕੋਈ ਦੌਲਤ ਮੰਗਣ ਆਉਂਦਾ ਰਿਹਾ ਤੇ ਕੋਈ ਸ਼ੋਹਰਤ ਮੰਗਣ, ਕੋਈ ਦੁਨੀਆ ਦਾ ਜਾਹੋ ਜਲਾਲ ਮੰਗਣ ਆਉਂਦਾ ਰਿਹਾ ਤੇ ਕੋਈ ਰੱਬ ਦਾ ਕੁਰਬ ਹਾਸਲ ਕਰਨ ਲਈ। ਕੋਈ ਇੱਥੇ ਜੋਗ ਲੈਣ ਆਉਂਦਾ ਰਿਹਾ ਤੇ ਕਿਸੇ ਨੇ ਇੱਥੇ ਆ ਕੇ ਆਪਣੇ ਕੰਨ ਪੜਵਾਏ। ਜੇਹਲਮ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ ਤੇ ਸਤ੍ਹਾ ਸਮੁੰਦਰ ਤੋਂ 3200 ਫੁੱਟ ਦੀ ਉਚਾਈ ਤੇ ਟਿੱਲਾ ਜੋਗੀਆਂ ਦੇ ਉਜੜੇ ਖੰਡਰ, ਜਿੱਥੇ ਸਦੀਆਂ ਦਾ ਇਤਿਹਾਸ ਆਪਣੇ ਆਖਰੀ ਸਾਹ ਲੈ ਰਿਹਾ ਹੈ। ਆਪਣੇ ਦੌਰ ਵਿੱਚ ਇਹ ਥਾਂ ਜੋਗੀਆਂ ਦੀ ਇੱਕ ਐਸੀ ਬਸਤੀ ਸੀ ਜਿੱਥੇ ਉਸ ਵੇਲੇ ਦੇ ਬਾਦਸ਼ਾਹ ਤੇ ਹੁਕਮਰਾਨ ਆਪਣੀ ਹਕੂਮਤ ਤੇ ਬਾਦਸ਼ਾਹੀ ਨੂੰ ਕਾਇਮ ਰੱਖਣ ਲਈ ਜੋਗੀਆਂ ਦੀ ਸੇਵਾ ਕਰਿਆ ਕਰਦੇ ਸਨ। ਟਿੱਲੇ ਦੇ ਉੱਚੇ ਨੀਵੇਂ ਤੇ ਪਥਰੀਲੇ ਰਾਹ, ਪੁਰਾਤਨ ਮੰਦਰ, ਬੁਝੇ ਦੇਵੀਆਂ ਦੇ ਨਿਸ਼ਾਨਾਤ, ਸੁੱਕੇ ਖੁਸ਼ਕ ਤਲਾਬ ਤੇ ਹਜ਼ਾਰਾਂ ਸਾਲ ਪੁਰਾਣੇ ਅਤੇ ਬੁੱਢੇ ਦਰਖਤ, ਚਾਰੋਂ ਪਾਸੇ ਗੂੰਜਦਾ ਸੰਨਾਟਾ, ਇਹ ਸਾਰੀਆਂ ਬੇਜ਼ੁਬਾਨ ਖਾਮੋਸ਼ੀਆਂ ਗਵਾਹ ਨੇ ਕਿ ਇੱਥੇ ਰਾਜਾ ਪੂਰਸ, ਸਿਕੰਦਰ ਆਜ਼ਮ, ਅਕਬਰ ਬਾਦਸ਼ਾਹ ਤੋਂ ਲੈ ਕੇ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਆ ਕੇ ਇਸ ਥਾਂ ਦੀ ਰੌਣਕ ਵਧਾਈ। ਲੇਕਿਨ ਇੱਥੇ ਅੱਜ ਦੂਰ ਦੂਰ ਤੱਕ ਵੀਰਾਨੀ ਛਾਈ ਹੋਈ ਹੈ। ਟਿੱਲਾ ਜੋਗੀਆਂ ਦਾ ਇਤਿਹਾਸ ਸਦੀ ਦੋ ਸਦੀ ਨਹੀਂ ਬਲਕਿ ਲਗਭਗ 3000 ਸਾਲ ਤੋਂ ਵੀ ਪੁਰਾਣਾ ਹੈ। ਟਿੱਲਾ ਜੋਗੀਆਂ ਬਜ਼ਾਹਰ ਤਾਂ ਇੱਕ ਆਮ ਜਿਹੀ ਇਬਾਦਤਗਾਹ ਨਜ਼ਰ ਆਉਂਦੀ ਹੈ, ਲੇਕਿਨ ਇਤਿਹਾਸ ਦੇ ਪੰਨਿਆਂ ਤੋਂ ਧੂੜ ਹਟਾਈ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਥਾਂ ਤੇ ਕਬਲੇ ਮਸੀਹ ਵਿੱਚ ਵੀ ਆਬਾਦ ਸੀ। ਕਿਤਾਬ ਪੋਟੋਹਾਰ ਦੇ ਲਿਖਾਰੀ ਅਜ਼ੀਜ਼ ਮਲਕ ਲਿਖਦੇ ਨੇ ਕਿ ਕਦੀਮ ਜ਼ਮਾਨੇ ਵਿੱਚ ਕਿਸੇ ਮਹਾਪੁਰਸ਼ ਨੇ ਇਹ ਇਬਾਦਤਗਾਹ ਬਣਾਈ ਸੀ ਔਰ ਮਹਾਭਾਰਤ ਦੇ ਖਤਮ ਹੋਣ ਤੋਂ ਬਾਅਦ 5 ਪਾਂਡਵ ਭਰਾ ਯਾਤਰਾ ਕਰਨ ਲਈ ਟਿੱਲਾ ਜੋਗੀਆਂ ਆਏ। ਸੂਫੀ ਮੁਹੰਮਦ ਦੀਨਦਾਰ ਤਜ਼ਕਰਾ-ਏ ਜੇਹਲਮ ਵਿੱਚ ਲਿਖਦੇ ਨੇ ਕਿ ਕਦੀਮ ਜ਼ਮਾਨੇ ਵਿੱਚ ਇੱਥੇ ਸੂਰਜ ਦੀ ਪੂਜਾ ਹੋਇਆ ਕਰਦੀ ਸੀ। ਕਦੀਮ ਮੁਕੱਦਸ ਕਿਤਾਬ ਵੇਦ ਦੇ ਮੰਡਲ ਤੇ ਮੰਤਰ ਇੱਥੇ ਹੀ ਤਖਲੀਕ ਕੀਤੇ ਗਏ। ਟਿੱਲਾ ਜੋਗੀਆਂ ਧਰਮ ਅਤੇ ਪਰੰਪਰਾ ਦੀ ਧੁੰਦ ਵਿੱਚ ਟਕਿਆ ਹੋਇਆ ਇੱਕ ਬਹੁਤ ਹੀ ਸ਼ਾਨਦਾਰ ਅਤੇ ਇਤਿਹਾਸਕ ਅਸਥਾਨ ਹੈ, ਜਿੱਥੇ ਦੀਆਂ ਟੁੱਟੀਆਂ ਕੰਧਾਂ ਅਤੇ ਬੁਝੇ ਹੋਏ ਦੀਵਿਆਂ ਦੀ ਸਿਆਹੀ ਆਪਣੇ ਵੇਲੇ ਦੇ ਪੰਨਿਆਂ ਤੇ ਲਿਖੀ ਹੋਈ ਹਜ਼ਾਰਾਂ ਸਾਲਾਂ ਦੀ ਤਾਰੀਖ ਦੱਸਦੀ ਹੈ। ਇੱਥੇ ਮੰਦਰ, ਸਮਾਧੀਆਂ, ਸਰੋਵਰ, ਘਨੇ ਦਰਖਤ, ਹੱਤਾ ਕਿ ਹਰ ਚੀਜ਼ ਦੇ ਨਾਲ ਇੱਕ ਇਤਿਹਾਸ ਜੁੜਿਆ ਹੋਇਆ ਹੈ। ਟਿੱਲਾ ਜੋਗੀਆਂ ਨੂੰ ਟਿੱਲਾ ਬਾਲਨਾਥ, ਟਿੱਲਾ ਉਦਾਸੀਆਂ, ਟਿੱਲਾ ਬਾਬਾ ਨਾਨਕ, ਟਿੱਲਾ ਬਾਲ ਗੁੰਦਾਈ, ਟਿੱਲਾ ਗੋਰਖਨਾਥ ਅਤੇ ਟਿੱਲਾ ਰਾਂਝਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਟਿੱਲੇ ਤੇ ਨਾਥ ਪੰਥੀਆਂ ਦੇ ਰਹਿਬਰਾਂ ਦੇ ਕਾਫੀ ਅਸਥਾਨ ਮੌਜੂਦ ਨੇ, ਜਿਨ੍ਹਾਂ ਵਿੱਚੋਂ ਸ਼ਿਵ ਸ਼ੰਕਰ ਭੋਲੇਨਾਥ ਜੀ, ਜਿਨ੍ਹਾਂ ਨੂੰ ਸਾਰੇ ਹੀ ਜੋਗੀਆਂ ਦਾ ਸਵਾਮੀ ਮੰਨਿਆ ਜਾਂਦਾ ਹੈ, ਜਿਨ੍ਹਾਂ ਨੇ ਜੋਗੀਆਂ ਤੋਂ ਅੱਗੇ 12 ਪੰਥ ਚਲਾਏ ਸਨ, ਉਹਨਾਂ ਦਾ ਅਸਥਾਨ ਵੀ ਮੌਜੂਦ ਹੈ। ਉਸ ਤੋਂ ਬਾਅਦ ਗੋਰਖਨਾਥ ਜੀ ਦਾ ਮੰਦਿਰ ਵੀ ਇੱਥੇ ਹੈ। ਗੋਰਖਨਾਥ ਜੀ 9 ਨਾਥਾਂ ਵਿੱਚੋਂ ਆਉਂਦੇ ਹਨ। ਗੋਰਖਨਾਥ ਜੀ ਨੇ ਹੀ ਕਨਪਟਾ ਗ੍ਰੰਥ ਚਲਾਇਆ ਸੀ। ਇਸ ਤੋਂ ਇਲਾਵਾ ਟਿੱਲਾ ਜੋਗੀਆਂ ਤੇ ਅਸਥਾਨ ਬਾਬਾ ਮਛੰਦਰ ਨਾਥ ਜੀ ਦਾ, ਅਸਥਾਨ ਬਾਬਾ ਨੌ ਨਾਥਾਂ ਦਾ, ਅਸਥਾਨ ਬਾਲਕ ਨਾਥ ਜੀ ਅਤੇ ਅਸਥਾਨ ਬਾਬਾ ਬੇਰੋਨਾਥ ਜੀ ਦਾ ਮੌਜੂਦ ਹੈ। ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਗੋਰਖਨਾਥ ਨੇ ਅਜੈਨ ਦੇ ਰਾਜਾ ਬਿਕਰਮਾਜੀਤ ਅਤੇ ਸਿਆਲਕੋਟ ਦੇ ਰਾਜਾ ਸਲਵਾਹਨ ਦੇ ਦੌਰ ਵਿੱਚ ਇੱਥੇ ਹੀ ਡੇਰਾ ਲਾਇਆ ਅਤੇ ਮਹਾਯੋਗੀ ਸ਼ਿਵ ਦੇਵਤਾ ਦੀ ਪੂਜਾ ਨੂੰ ਰਿਵਾਜ ਦਿੱਤਾ ਤੇ ਨਾਥ ਪੰਥ ਨੂੰ ਕਾਇਮ ਕੀਤਾ। ਇੱਕ ਹੋਰ ਰਵਾਇਤ ਦੇ ਮੁਤਾਬਿਕ ਟਿੱਲਾ ਜੋਗੀਆਂ ਤੇ ਇਸ ਕਦੀਮ ਖਾਨਕਾਹ ਦੀ ਬੁਨਿਆਦ ਕਨਪਟੇ ਜੋਗੀਆਂ ਦੇ ਬਾਨੀ ਗੋਰਖਨਾਥ ਨੇ 1 ਸਦੀ ਕਬਲੇ ਮਸੀਹ ਰੱਖੀ ਸੀ ਤੇ ਇਹ ਟਿੱਲਾ ਲਗਭਗ 2000 ਸਾਲ ਆਬਾਦ ਰਿਹਾ। ਗੁਰੂ ਬਾਲਨਾਥ ਅਤੇ ਰਾਂਝੇ ਦੇ ਜੋਗ ਦਾ ਜ਼ਿਕਰ ਪੰਜਾਬੀ ਕਲਾਮ ਹੀਰ ਵਾਰਿਸ ਸ਼ਾਹ ਵਿੱਚ ਮਿਲਦਾ ਹੈ। ਰਾਂਝਾ ਹੀਰ ਦੇ ਪਿਆਰ ਵਿੱਚ ਨਾਕਾਮ ਹੋ ਕੇ ਟੁੱਟੇ ਦਿਲ ਦੇ ਨਾਲ ਇੱਥੇ ਆਇਆ ਅਤੇ ਆਪਣੇ ਕੰਨ ਪੜਵਾ ਕੇ ਜੋਗੀ ਬਾਲਨਾਥ ਦਾ ਚੇਲਾ ਬਣ ਗਿਆ। ਇਤਿਹਾਸ ਦੱਸਦਾ ਹੈ ਕਿ ਉਸ ਵੇਲੇ ਦੇ ਜੋਗੀ ਇਲਮ, ਗਿਆਨ, ਤਹਿਕੀਕ ਅਤੇ ਖੋਜ ਵਿੱਚ ਮਸਰੂਫ ਰਿਹਾ ਕਰਦੇ ਸਨ। ਮੁਖਤਲਿਫ ਹਵਾਲਿਆਂ ਦੇ ਮੁਤਾਬਿਕ ਇਨ੍ਹਾਂ ਹੀ ਜੋਗੀਆਂ ਨੇ ਦੇਸੀ ਤਰੀਕਾ ਇਲਾਜ, ਆਯੁਰਵੈਦਿਕ, ਜੜੀ ਬੂਟੀਆਂ ਦਾ ਗਿਆਨ, ਇਲਮੇ ਨਜੂਮ ਯਾਨੀ ਸਿਤਾਰਿਆਂ ਦਾ ਇਲਮ ਅਤੇ ਯੋਗਾ ਦਾ ਫਨ ਇਜਾਦ ਕੀਤਾ। ਟਿੱਲੇ ਦੇ ਚੰਗੇ ਵੇਲਿਆਂ ਵੇਲੇ
ਹਰ ਸਾਲ 14 ਮਾਘ ਨੂੰ ਇੱਕ ਧੂਮ-ਧਾਮ ਦੇ ਨਾਲ ਇੱਕ ਮੇਲਾ ਲੱਗਿਆ ਕਰਦਾ ਸੀ, ਜਿਸ ਦਾ ਸ਼ੁਮਾਰ ਬਰੇ-ਸਗੀਰ ਦੇ ਵੱਡੇ ਮੇਲਿਆਂ ਵਿੱਚ ਹੁੰਦਾ ਸੀ। ਇਸੇ ਹੀ ਪਹਾੜੀ ਦੇ ਚੋਟੀ ਤੇ ਬਹਿ ਕੇ ਜੋਗੀ ਦਿਨਾਂ, ਮਹੀਨਿਆਂ ਅਤੇ ਸਾਲਾਂ ਦਾ ਹਿਸਾਬ ਲਾਇਆ ਕਰਦੇ ਸਨ। ਇਹਦੇ ਲਈ ਉਹ ਚੜ੍ਹਦੇ ਸੂਰਜ ਦੀਆਂ ਕਿਰਨਾਂ ਨੂੰ ਨਾਪ ਤੋਲ ਕੇ ਵਕਤ ਨੂੰ ਜਾਂਚਦੇ ਅਤੇ ਸਮੇਂ ਦਾ ਹਿਸਾਬ ਲਾਉਣ ਲਈ ਘੜਿਆਲ ਬਣਾਉਂਦੇ। 8 ਪਹਿਰਾਂ ਦੀ ਇਜਾਜ਼ਤ ਇਹਨਾਂ ਹੀ ਜੋਗੀਆਂ ਦੀ ਸੀ। ਇਤਿਹਾਸਕਾਰ ਲਿਖਦੇ ਨੇ ਕਿ ਇਸ ਟਿੱਲੇ ਤੇ ਇੱਕ ਜੋਗੀ ਬਾਲ ਗੁੰਦਾਈ ਨਾਥ ਸੀ, ਜੋ ਜੇਲਮ ਤੋਂ 12 ਕੋ ਪੱਛਮ ਵੱਲ ਇੱਕ ਪਹਾੜੀ ਦੇ ਟਿੱਲੇ ਉੱਪਰ ਰਿਹਾ ਕਰਦਾ ਸੀ। ਇਹ ਇੱਕ ਪਰਉਪਕਾਰੀ ਅਤੇ ਰਹਿਮਦਿਲ ਸਾਧੂ ਸੀ। ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਜੀ ਇਸ ਦੇ ਆਸ਼ਰਮ ਵਿੱਚ ਹੀ ਪਧਾਰੇ ਸਨ। ਸਾਹਿਬ ਸ੍ਰੀ ਗੁਰੂ ਨਾਨਕ ਜੀ ਨੇ ਇੱਥੇ ਦੇ ਜੋਗੀਆਂ ਨੂੰ ਇੱਕ ਰੱਬ ਦਾ ਸੰਦੇਸ਼ ਦਿੱਤਾ ਅਤੇ ਵਹਿਮਾਂ ਭਰਮਾਂ ਵਿੱਚੋਂ ਕੱਢਿਆ। ਸਾਹਿਬ ਸ੍ਰੀ ਗੁਰੂ ਨਾਨਕ ਜੀ ਇੱਥੇ ਦੇ ਜੋਗੀਆਂ ਨੂੰ ਮੁਖਾਤਬ ਹੋ ਕੇ ਆਖਿਆ ਕਿ ਉਹ ਗ੍ਰਹਿਸਤੀ ਜੀਵਨ ਵਿੱਚ ਰਹਿ ਕੇ ਵੀ ਰੱਬ ਨੂੰ ਪ੍ਰਾਪਤ ਕਰ ਸਕਦੇ ਹਨ। ਜਿਸ ਤੋਂ ਬਾਅਦ ਬਾਲ ਗੁੰਦਾਈ ਅਤੇ ਜੋਗੀ ਸਾਹਿਬ ਸ੍ਰੀ ਗੁਰੂ ਨਾਨਕ ਜੀ ਦੇ ਸ਼ਰਧਾਲੂ ਬਣ ਗਏ। ਕੁਝ ਸਿੱਖ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰਬਾਣੀ ਸਿੱਧ ਗੋਸ਼ ਦੇ ਕੁਝ ਹਿੱਸੇ ਦਾ ਉਚਾਰਨ ਟਿੱਲਾ ਜੋਗੀਆਂ ਉੱਪਰ ਹੀ ਹੋਇਆ ਸੀ। ਸਰਕਾਰੇ ਖਾਲਸਾ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਜੋਗੀਆਂ ਲਈ ਇੱਕ ਬਹੁਤ ਵੱਡਾ ਸਰੋਵਰ ਬਣਾਇਆ ਅਤੇ ਬਹੁਤ ਸਾਰੀਆਂ ਇਮਾਰਤਾਂ ਵੀ ਕਾਇਮ ਕੀਤੀਆਂ, ਜਿਸ ਕਾਰਨ ਇੱਥੇ ਦੀ ਪ੍ਰਫੁੱਲਤਾ ਹੋਰ ਵੱਧ ਗਈ। ਲੇਕਿਨ ਵੰਡ ਵੇਲੇ ਟਿੱਲਾ ਜੋਗੀਆਂ ਸਦਾ ਲਈ ਹੀ ਉਜੜ ਗਿਆ। ਹੌਲੇ-ਹੌਲੇ ਸਭ ਜੋਗੀ ਆਪਣੇ ਦੇਸ਼ ਟਿੱਲੇ ਨੂੰ ਛੱਡ ਕੇ ਚਲੇ ਗਏ। ਇੱਕ ਰਿਕਾਰਡ ਦੇ ਮੁਤਾਬਿਕ ਇੱਥੇ ਲਗਭਗ 60% ਸਿੱਖ ਤੇ ਹਿੰਦੂ ਜੋਗੀ ਹੋਇਆ ਕਰਦੇ ਸਨ, ਜਦਕਿ 40% ਮੁਸਲਮਾਨ ਜੋਗੀ ਸਨ। ਵੰਡ ਤੋਂ ਬਾਅਦ 1.25 ਲੱਖ ਦੇ ਕਰੀਬ ਜੋਗੀਆਂ ਨੂੰ ਇਹ ਟਿੱਲਾ ਹਮੇਸ਼ਾ ਲਈ ਛੱਡਣਾ ਪਿਆ। ਤਾਰੀਖਦਾਨਾਂ ਦੇ ਮੁਤਾਬਿਕ ਇਹਨਾਂ ਅਸਾਰੇ ਕਦੀਮਾਂ ਦੀ ਤਬਾਹੀ ਇਹਨਾਂ ਲੋਕਾਂ ਦੀ ਵਜ੍ਹਾ ਨਾਲ ਹੋਈ, ਜਿਹੜੇ ਇੱਥੇ ਖਜ਼ਾਨੇ ਦੀ ਤਲਾਸ਼ ਵਿੱਚ ਆਉਂਦੇ ਨੇ ਅਤੇ ਇਹਨਾਂ ਥਾਵਾਂ ਨੂੰ ਪੁੱਟ ਦਿੰਦੇ ਨੇ। ਕੁਝ ਵਰ੍ਹਿਆਂ ਪਹਿਲੇ ਤੀਕਰ ਇੱਥੇ ਸਰੋਵਰ ਸਾਹਿਬ ਦੇ ਨਾਲ ਬਹੁਤ ਸਾਰੀਆਂ ਸਮਾਧੀਆਂ ਅਤੇ ਛੋਟੇ-ਛੋਟੇ ਕਈ ਮੰਦਿਰ ਹੋਇਆ ਕਰਦੇ ਸਨ, ਜੋ ਹੁਣ ਵੇਖਣ ਨੂੰ ਨਹੀਂ ਮਿਲਦੇ। ਜੋਗੀਆਂ ਦਾ ਇਹ ਟਿੱਲਾ ਬਰੇ-ਸਗੀਰ ਪਾਕੋ ਹਿੰਦ ਵਿੱਚ ਮਜ਼ਹਬੀ ਹਮਾਂਗੀ ਦੀ ਇੱਕ ਬਿਹਤਰੀਨ ਮਿਸਾਲ ਸੀ, ਜਿੱਥੇ ਹਰ ਮਜ਼ਹਬ ਦੀ ਜੋਗੀ ਆਪਣੀ ਮਰਜ਼ੀ ਦੇ ਨਾਲ ਇਬਾਦਤ ਕਰਿਆ ਕਰਦੇ ਸਨ। ਹਿੰਦੂਆਂ ਤੇ ਸਿੱਖਾਂ ਲਈ ਇਹ ਟਿੱਲੇ ਦੀ ਇੱਕ ਬਹੁਤ ਵੱਡੀ ਅਹਿਮੀਅਤ ਹੈ। ਇਹਨਾਂ ਮਕਾਮਾਤ ਨੂੰ ਬਹਾਲ ਕਰਕੇ ਮਜ਼ਹਬੀ ਸਿਆਹਤ ਨੂੰ ਉਜਾਗਰ ਕੀਤਾ ਜਾ ਸਕਦਾ ਹੈ।